ਕਲਾਸੀਕਲ ਮਕੈਨਿਕਸ ਨੂੰ ਯਾਦ ਕਰੋ। ਜਦੋਂ ਤੁਹਾਡੇ ਕੋਲ ਮੋਸ਼ਨ ਦੇ ਇਕੁਏਸ਼ਨਸ ਸਨ, ਮੈਨੂੰ ਯਕੀਨ ਹੈ ਤੁਸੀਂ ਇਹ ਦੇਖਿਆ ਹੋਵੇਗਾ। ਕਲਾਸੀਕਲ ਮਕੈਨਿਕਸ ਵਿੱਚ dA by dt del A by del t ਹੈ। ਜੇਕਰ ਇਹ ਸਪਸ਼ਟ ਟਾਈਮ ਡਿਪੈਂਡੈਂਸ ਰੱਖਦਾ ਹੈ, ਜੇਕਰ ਅਸੀਂ ਆਪਰੇਟਰਾਂ ਵੱਲ ਵੇਖਦੇ ਹਾਂ ਜਿਨ੍ਹਾਂ ਕੋਲ ਸਪਸ਼ਟ ਟਾਈਮ ਡਿਪੈਂਡੈਂਸ ਨਹੀਂ ਹੈ, ਮੈਂ ਇਸ ਬਾਰੇ ਭੁੱਲ ਸਕਦਾ ਹਾਂ। ਇਹ ਦੇ ਪਲਸ ਹੋਰੀਜ਼ਨ ਬ੍ਰੈਕਟ ਨਾਲ ਤੁਸੀਂ ਇਹ ਕਲਾਸੀਕਲ ਮਕੈਨਿਕਸ ਵਿੱਚ ਕੀਤਾ ਹੈ। ਕੁਆਂਟਮ ਮਕੈਨਿਕਸ ਵਿੱਚ ਕੀ ਐਕਸਪੈਕਟੇਸ਼ਨ ਹੈ? ਅਰਨਫੈਸਟ ਥਿਓਰਮ ਸਾਨੂੰ ਦੱਸਦਾ ਹੈ ਮੈਟ੍ਰਿਕਸ ਐਲੀਮੈਂਟਸ ਦਾ d by dt ਜਾਂ ਐਕਸਪੈਕਟੇਸ਼ਨ ਵੈਲਿਊਜ਼ ਵੀ ਹੋਣੀਆਂ ਚਾਹੀਦੀਆਂ ਹਨ del A by dt ਪਲਸ ਹੋਰੀਜ਼ਨ ਬ੍ਰੈਕਟ ਦੀ ਐਕਸਪੈਕਟੇਸ਼ਨ ਵੈਲਿਊ 1 ਓਵਰ IH ਕਰੋਸ ਦੇ ਨਾਲ ਕਮਿਊਟੇਟਰ ਬ੍ਰੈਕਟ ਬਣ ਜਾਂਦਾ ਹੈ। ਇਸ ਲਈ ਇਹ ਇੱਕ ਕਮਿਊਟੇਟਰ ਬ੍ਰੈਕਟ ਬਣ ਜਾਵੇਗਾ। ਮੈਟ੍ਰਿਕਸ ਐਲੀਮੈਂਟ ਜੋ ਸ਼ਾਇਦ ਇੱਥੇ ਇਹ 1 ਓਵਰ IH ਕਰੋਸ ਹੋਵੇਗਾ। ਇਹੀ ਮੇਰਾ ਅੰਦਾਜ਼ਾ ਹੈ। ਮੈਂ ਹੁਣ ਸਾਬਤ ਨਹੀਂ ਹੋਇਆ ਹਾਂ। ਸਾਬਤ ਕਰਨਾ ਪਸੰਦ ਕਰਾਂਗਾ ਕਿ ਅਸੀਂ ਅਰਨਫੈਸਟ ਥਿਓਰਮ ਨਾਲ ਇਕਸਾਰ ਹਾਂ ਕਿ ਮੋਸ਼ਨ ਦੇ ਜਾਣੇ ਪਛਾਣੇ ਇਕੁਏਸ਼ਨਸ ਨੂੰ ਜੋ ਤੁਸੀਂ ਕਲਾਸੀਕਲ ਮਕੈਨਿਕਸ ਵਿੱਚ ਦੇਖਦੇ ਹੋ, ਕੁਆਂਟਮ ਮਕੈਨਿਕਸ ਵਿੱਚ ਮੈਟ੍ਰਿਕਸ ਐਲੀਮੈਂਟਾਂ ਲਈ ਪੁਨਰ ਉਤਪਾਦਨਯੋਗ ਹੋਣਾ ਚਾਹੀਦਾ ਹੈ। ਇਸ ਲਈ ਇਹ ਮੈਟ੍ਰਿਕਸ ਐਲੀਮੈਂਟ, ਜਿਵੇਂ ਮੈਂ ਕਿਹਾ, ਇਹ t ਦਾ ਫੰਕਸ਼ਨ ਹੈ। ਤੁਸੀਂ ਇਹਨੂੰ t ਦਾ ਇੱਕ ਫੰਕਸ਼ਨ ਹੋਣਾ ਕਿਵੇਂ ਪ੍ਰਾਪਤ ਕਰਦੇ ਹੋ? ਸ਼੍ਰੋਡਿੰਗਰ ਤਸਵੀਰ ਵਿੱਚ ਇਹ ਟਾਈਮ ਦੇ ਫੰਕਸ਼ਨਾਂ ਦੀਆਂ ਸਟੇਟਸ ਹਨ। ਹਾਈਜ਼ਨਬਰਗ ਤਸਵੀਰ ਵਿੱਚ ਆਪਰੇਟਰ ਟਾਈਮ ਦੇ ਫੰਕਸ਼ਨ ਹਨ। ਇਸ ਲਈ ਜਦੋਂ ਮੈਂ d by dt ਕਰਦਾ ਹਾਂ, ਜਾਂ ਤਾਂ ਮੈਂ ਸ਼੍ਰੋਡਿੰਗਰ ਤਸਵੀਰ ਵਿੱਚ ਸਟੇਟ ਤੇ d by dt ਕਰਾਂਗਾ ਜਾਂ ਹਾਈਜ਼ਨਬਰਗ ਤਸਵੀਰ ਵਿੱਚ ਆਪਰੇਟਰ ਤੇ d by dt ਕਰਾਂਗਾ, ਅਤੇ ਮੈਨੂੰ ਇਹ ਪ੍ਰਾਪਤ ਕਰਨ ਦੀ ਲੋੜ ਹੈ। ਇਹੀ ਹੈ ਜੋ ਮੈਂ ਅਗਲਾ ਕਰਨ ਜਾ ਰਿਹਾ ਹਾਂ। ਇਹ ਸਿਰਫ ਇਹ ਦਿਖਾਉਣ ਲਈ ਹੈ ਕਿ ਹਰ ਚੀਜ਼ ਬਿਲਕੁਲ ਇਕਸਾਰ ਹੈ। ਕਲਾਸੀਕਲ ਮਕੈਨਿਕ ਵਿੱਚ ਤੁਸੀਂ ਜੋ ਵੀ ਪ੍ਰਾਪਤ ਕਰਦੇ ਹੋ, ਜਦੋਂ ਤੁਸੀਂ ਕੁਆਂਟਮ ਮਕੈਨਿਕਸ ਵਿੱਚ ਜਾਂਦੇ ਹੋ, ਇਹ ਤੁਹਾਡੀ ਐਕਸਪੈਕਟੇਸ਼ਨ ਹੈ ਕਿ ਅਸੀਂ ਇਕਸਾਰ ਹਾਂ। ਇਸ ਲਈ ਮੈਂ ਇਸ ਤੱਥ ਤੇ ਜ਼ੋਰ ਦਿੱਤਾ ਹੈ ਕਿ ਜਾਂ ਤਾਂ ਤੁਸੀਂ ਸ਼੍ਰੋਡਿੰਗਰ ਤਸਵੀਰ ਜਾਂ ਹਾਈਜ਼ਨਬਰਗ ਤਸਵੀਰ ਵਿੱਚ ਕੰਮ ਕਰਦੇ ਹੋ, ਦੋਵੇਂ ਤੁਹਾਨੂੰ ਇੱਕੋ ਜਿਹੀ ਫਿਜ਼ਿਕਸ ਪ੍ਰਦਾਨ ਕਰਨਗੇ। ਹੁਣ ਆਓ ਸ਼੍ਰੋਡਿੰਗਰ ਤਸਵੀਰ ਵਿੱਚ ਮੋਸ਼ਨ ਦੇ ਹਾਈਜ਼ਨਬਰਗ ਇਕੁਏਸ਼ਨਸ ਨੂੰ ਵੇਖੀਏ। ਇਸ ਲਈ ਤੁਸੀਂ ਇਸ ਦਾ ਇੱਕ ਮੈਟ੍ਰਿਕਸ ਐਲੀਮੈਂਟ ਦਾ ਟਾਈਮ ਡੈਰੀਵੇਟਿਵ d by dt ਲੈਂਦੇ ਹੋ। ਇਸ ਲਈ ਸ਼੍ਰੋਡਿੰਗਰ ਤਸਵੀਰ ਵਿੱਚ, ਜਿਵੇਂ ਕਿ ਮੈਂ ਕਿਹਾ, ਸਟੇਟਸ ਟਾਈਮ ਦੇ ਨਾਲ ਵਿਕਸਤ ਹੁੰਦੀਆਂ ਹਨ। ਇਸ ਲਈ ਅਸੀਂ ਇਸ ਸਟੇਟ ਤੇ del by del t ਰੱਖਣ ਦੀ ਕੋਸ਼ਿਸ਼ ਕਰਾਂਗੇ। ਇਹ ਐਸ ਪ੍ਰਭਾਵਿਤ ਨਹੀਂ ਹੁੰਦਾ ਹੈ, ਪਰ ਇਹ ਐਕਸ ਪ੍ਰਭਾਵਿਤ ਹੋ ਸਕਦਾ ਹੈ ਜੇਕਰ ਇਸ ਦੀ ਇੱਕ ਸਪਸ਼ਟ ਟਾਈਮ ਡਿਪੈਂਡੈਂਸ ਹੈ। ਜੇਕਰ ਤੁਹਾਡੇ ਕੋਲ ਇਹ ਮਿਆਦ ਸਪਸ਼ਟ ਟਾਈਮ ਡਿਪੈਂਡੈਂਸ ਨਹੀਂ ਹੈ ਤਾਂ ਤੁਸੀਂ ਇਸ ਨੂੰ 0 ਰੱਖ ਸਕਦੇ ਹੋ। ਜੇਕਰ ਤੁਹਾਡੇ ਕੋਲ t ਟਾਈਮਸ xp ਪਲਸ px ਜਾਂ ਕੁਝ ਹੈ ਤਾਂ ਇੱਥੇ ਇੱਕ ਸਪਸ਼ਟ ਟਾਈਮ ਡਿਪੈਂਡੈਂਸ ਹੈ। ਇਸ ਲਈ ਜਨਰਲ ਇਹ ਮਿਆਦ ਸੰਭਵ ਹੈ ਜੇਕਰ ਕੋਈ ਸਪਸ਼ਟ ਟਾਈਮ ਡਿਪੈਂਡੈਂਸ ਹੈ। ਅਤੇ ਫਿਰ ਆਖਰੀ ਕੇਟ ਸਟੇਟ ਹੈ। ਫਿਰ ਅਗਲਾ ਕੀ? ਤੁਸੀਂ ਅਗਲਾ ਕੀ ਕਰੋਗੇ? ਸਟੇਟ ਦੇ ਟਾਈਮ ਵਿਕਾਸ ਲਈ ਇਕੁਏਸ਼ਨ ਲਈ ਆਪਣੀ ਧਾਰਨਾ ਦੀ ਵਰਤੋਂ ਕਰੋ। ਸਾਈ ਦਾ s ਦਾ del by del dt ਉਸੇ ਕੇਟ ਉੱਤੇ h ਹੈ। ਇਹ ਕੀ ਹੈ? ਇਹ ਸਿਰਫ ਇਸ ਸਥਾਨ ਤੋਂ ਹੈ ਜੋ ਅਸੀਂ ਇਕਸਾਰ ਵਿਕਾਸ ਪ੍ਰਾਪਤ ਕੀਤਾ ਹੈ। ਇਹ ਸ਼੍ਰੋਡਿੰਗਰ ਇਕੁਏਸ਼ਨ ਜਾਂ ਸਟੇਟ ਦਾ ਸਟੇਟ ਵਿਕਾਸ ਹੈ। ਸਟੇਟ ਦਾ ਟਾਈਮ ਵਿਕਾਸ ਸਾਡੇ ਕੋਲ ਇਹ ਇਕੁਏਸ਼ਨ ਹੈ ਜੋ ਆਖਰਕਾਰ ਸਾਨੂੰ ਟਾਈਮ ਇੰਡੀਪੈਂਡੈਂਟ ਸੰਭਾਵਨਾਵਾਂ ਲਈ ਦਿੰਦਾ ਹੈ। ਤੁਸੀਂ ਦਿਖਾ ਸਕਦੇ ਹੋ ਕਿ ਇਹ ਕੁਝ ਨਹੀਂ ਹੈ, ਪਰ ਇਹ ਅਸੀਂ ਸਹੀ ਕੀਤਾ ਹੈ। ਇਸ ਲਈ ਸਾਨੂੰ ਇਸ ਨੂੰ ਸਬਸਟੀਟਿਊਟ ਕਰਨ ਦੀ ਲੋੜ ਹੈ। ਸਾਨੂੰ ਇਸ ਨੂੰ ਤੁਹਾਡੇ ਸਰਲ ਮੈਟ੍ਰਿਕਸ ਐਲੀਮੈਂਟ ਨਾਲ ਸਬਸਟੀਟਿਊਟ ਕਰਨ ਦੀ ਲੋੜ ਹੈ। ਅਤੇ ਦੇਖੋ ਕਿ ਅਸੀਂ ਕੀ ਪ੍ਰਾਪਤ ਕਰਦੇ ਹਾਂ। ਇਸ ਹੈਮਿਲਟੋਨੀਅਨ ਸਮੇਸ਼ਨ ਲਈ ਸਬਸਟੀਟਿਊਟ ਕਰੇ। ਇਹ ਤੁਹਾਨੂੰ ਵੀ ਦੇਵੇਗਾ ਕੀ ਹੁੰਦਾ ਹੈ ਜਦੋਂ ਤੁਸੀਂ ਇਸ ਨੂੰ ਬਰਾਤੇ ਕਰਦੇ ਹੋ। ਇਹ ਨੈਗੇਟਿਵ ਚਿੰਨ੍ਹ ਜਾਂ ਨਨ ਹੋਵੇਗਾ। 5s ਤੇ IH ਕਰੋਸ del by del t। ਜੇਕਰ ਇਹ 5s ਤੇ h ਹੈ ਤਾਂ ਤੁਸੀਂ ਡੁਅਲ ਲਓ। ਡੁਅਲ ਤੁਹਾਨੂੰ ਬ੍ਰਾਕੇਟ
ਬਰਾ ਡੁਅਲ ਵੈਕਟਰ ਦੇਵੇਗਾ IH ਕਰੋਸ ਮਾਈਨਸ IH ਕਰੋਸ ਡੈਲ ਬਾਈ ਡੈਲ ਟੀ ਬਣ ਜਾਵੇਗਾ। ਕੀ ਇਹ ਠੀਕ ਹੈ? ਅਤੇ ਹੈਮਿਲਟੋਨੀਅਨ H ਡੈਗਰ H ਹੈ। ਤੁਹਾਨੂੰ ਇਸ ਨੂੰ ਅਤੇ ਇਸ ਨੂੰ ਪਹਿਲੀ ਟਰਮ ਅਤੇ ਆਖਰੀ ਟਰਮ ਵਿੱਚ ਸਬਸਟੀਟਿਊਟ ਕਰਨ ਦੀ ਲੋੜ ਹੈ। ਇਸ ਨੂੰ ਸਬਸਟੀਟਿਊਟ ਕਰੋ। ਜੋ ਤੁਸੀਂ ਪ੍ਰਾਪਤ ਕਰਦੇ ਹੋ, ਇਹ ਹੌਲੀ-ਹੌਲੀ ਆ ਰਿਹਾ ਹੈ, ਸਹੀ। ਤੁਸੀਂ ਇਹ H ਪ੍ਰਾਪਤ ਕਰਦੇ ਹੋ, ਤੁਸੀਂ ਇਹ ਮਾਈਨਸ H ਪ੍ਰਾਪਤ ਕਰਦੇ ਹੋ, ਅਤੇ ਆਰਡਰ ਮਾਇਨੇ ਰੱਖਦਾ ਹੈ। H ਇਹ H ਵਰਗਾ ਨਹੀਂ ਹੈ, ਇਸ ਲਈ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ। ਅਤੇ ਕੀ ਅਸੀਂ ਇਹ ਕਮਿਊਟੇਟਰ ਪ੍ਰਾਪਤ ਕਰਾਂਗੇ? ਇਸ ਕਾਰਨ ਮਾਈਨਸ ਦਾ ਚਿੰਨ੍ਹ ਹੈ। ਇਸ ਇਕੁਏਸ਼ਨ ਨੂੰ ਤੁਸੀਂ ਸਾਰੇ ਸਰਲ ਬਣਾਓ। ਸਰਲ ਕਰਨ ਤੋਂ ਬਾਅਦ ਤੁਸੀਂ ਕੀ ਪ੍ਰਾਪਤ ਕਰੋਗੇ? ਇਹ ਆਪਰੇਟਰ ਦੇ ਇਸ ਮੈਟ੍ਰਿਕਸ ਐਲੀਮੈਂਟ ਦਾ ਟਾਈਮ ਡੈਰੀਵੇਟਿਵ ਮੈਟ੍ਰਿਕਸ ਐਲੀਮੈਂਟ ਦੇ ਬੰਦ ਹੋਣ ਲਈ ਤਬਦੀਲ ਹੋ ਜਾਂਦਾ ਹੈ। ਜੇਕਰ ਕੋਈ ਸਪਸ਼ਟ ਸਮਾਂ ਡਿਪੈਂਡੈਂਸ ਹੈ ਤਾਂ ਤੁਹਾਡੇ ਕੋਲ ਇਸ ਆਪਰੇਟਰ ਦਾ ਪਾਰਸ਼ਲ ਡੈਰੀਵੇਟਿਵ ਹੈ। ਨਾਲ ਹੀ, ਪਹਿਲਾ ਟਰਮ ਨੇ ਤੁਹਾਨੂੰ ਮਾਈਨਸ HS AS ਦਿੱਤਾ ਹੋਵੇਗਾ। ਇਹ ਮਿਆਦ ਤੁਹਾਨੂੰ ਇਹ AS HS ਦੇਵੇਗਾ। ਇਹ ਕੀ ਹੈ? ਇਹ ਕਮਿਊਟੇਟਰ ਬ੍ਰੈਕਟ ਤੋਂ ਇਲਾਵਾ ਕੁਝ ਨਹੀਂ ਹੈ। ਅਸੀਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਕਲਾਸੀਕਲ ਮਕੈਨਿਕਸ ਵਿੱਚ ਸਕ੍ਰੋਡਿੰਗਰ ਤਸਵੀਰ ਵਿੱਚ ਕੀ ਦੇਖਿਆ ਹੈ ਕਿ ਇਹ ਮੈਟ੍ਰਿਕਸ ਐਲੀਮੈਂਟ ਹਨ ਜੋ ਪੋਇਸਨ ਬ੍ਰੈਕਟ ਨਾਲ ਬਿਲਕੁਲ ਉਸੇ ਇਕੁਏਸ਼ਨ ਦੀ ਪਾਲਣਾ ਕਰਦੇ ਹਨ ਜਿਸ ਨੂੰ IH ਕਰੋਸ ਦੁਆਰਾ ਵੰਡੇ ਗਏ ਕਮਿਊਟੇਟਰ ਬ੍ਰੈਕਟ ਦੁਆਰਾ ਬਦਲਿਆ ਗਿਆ। ਇਹ ਹੈ ਜੋ ਮੈਂ ਕਹਿ ਰਿਹਾ ਸੀ। ਇਹ ਤੁਹਾਡੀ ਐਕਸਪੈਕਟੇਸ਼ਨ ਹੈ ਅਤੇ ਅਸੀਂ ਪੁਸ਼ਟੀ ਕੀਤੀ ਹੈ। ਪਰ ਇੱਕ ਜਾਂਚ ਵਜੋਂ ਸਾਨੂੰ ਹਾਈਜ਼ਨਬਰਗ ਤਸਵੀਰ ਵਿੱਚ ਵੀ ਉਹੀ ਚੀਜ਼ ਦੁਬਾਰਾ ਕਰਨੀ ਚਾਹੀਦੀ ਹੈ। ਅਸੀਂ ਇਹ ਸਕ੍ਰੋਡਿੰਗਰ ਤਸਵੀਰ ਵਿੱਚ ਕੀਤਾ ਹੈ, ਪਰ ਸਾਨੂੰ ਇਸ ਨੂੰ ਹਾਈਜ਼ਨਬਰਗ ਤਸਵੀਰ ਵਿੱਚ ਵੀ ਦੁਬਾਰਾ ਕਰਨਾ ਚਾਹੀਦਾ ਹੈ ਇਹ ਯਕੀਨੀ ਬਣਾਉਣ ਲਈ ਕਿ ਇਹ ਹਾਈਜ਼ਨਬਰਗ ਤਸਵੀਰ ਵਿੱਚ ਵੀ ਉਹੀ ਫਿਜ਼ਿਕਸ ਇਕੁਏਸ਼ਨ ਪ੍ਰਾਪਤ ਹੋਇਆ ਹੈ। ਆਓ ਇਹ ਜਾਂਚ ਕਰੀਏ ਕਿ ਆਪਰੇਟਰ ਜਿਨ੍ਹਾਂ ਤੇ ਅਸੀਂ ਵਿਚਾਰ ਕਰਨ ਜਾ ਰਹੇ ਹਾਂ ਉਨ੍ਹਾਂ ਦੀ ਟਾਈਮ ਤੇ ਸਪਸ਼ਟ ਡਿਪੈਂਡੈਂਸ ਨਹੀਂ ਹੈ, ਜਿਸ ਦਾ ਮਤਲਬ ਹੈ ਕਿ ਇਹ H ਬਾਈ ਡੈਲ T ਦਾ ਡੈਲ ਸਿਫਰ ਤੇ ਸੈੱਟ ਹੈ। ਇੱਥੇ ਕੋਈ ਸਪਸ਼ਟ ਟਾਈਮ ਡਿਪੈਂਡੈਂਸ ਨਹੀਂ ਹੈ। ਇਸ ਦਾ ਪਾਰਸ਼ਲ ਡੈਰੀਵੇਟਿਵ ਸਮੇਂ ਦੇ ਸਬੰਧ ਵਿੱਚ ਇਸੇ ਆਪਰੇਟਰ ਦਾ ਪਾਰਸ਼ਲ ਡੈਰੀਵੇਟਿਵ ਇਸ ਨੂੰ ਸਿਫਰ ਤੇ ਸੈੱਟ ਕਰੇਗਾ। ਤੁਹਾਨੂੰ ਦਿਖਾਉਣਾ ਪਵੇਗਾ। ਅਸੀਂ ਪਹਿਲਾਂ ਹੀ ਹਾਈਜ਼ਨਬਰਗ ਤਸਵੀਰ ਵਿੱਚ ਦੇਖ ਚੁੱਕੇ ਹਾਂ ਕਿ ਮੈਟ੍ਰਿਕਸ ਐਲੀਮੈਂਟ ਟਾਈਮ ਡੈਰੀਵੇਟਿਵ ਸਪਸ਼ਟ ਰੂਪ ਵਿੱਚ ਕਮਿਊਟੇਟਰ ਬ੍ਰੈਕਟ ਹੈ। ਇਹ ਅਸੀਂ ਪਿਛਲੀ ਸਲਾਈਡ ਵਿੱਚ ਦੇਖ ਚੁੱਕੇ ਹਾਂ ਅਤੇ ਇਹੀ ਹੈ ਜੋ ਮੈਂ ਕਿਹਾ ਸੀ ਕਿ ਜੇ ਤੁਸੀਂ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿਵੇਂ ਇੱਕ ਡਾਇਨਾਮਿਕਲ ਵੇਰੀਏਬਲ ਜੋ ਸਪਸ਼ਟ ਰੂਪ ਨਾਲ ਟਾਈਮ ਤੇ ਡਿਪੈਂਡੈਂਟ ਨਹੀਂ ਹੈ, ਜਦੋਂ ਤੁਸੀਂ ਇਸ ਨੂੰ ਕਲਾਸੀਕਲ ਮਕੈਨਿਕਸ ਵਿੱਚ ਕਰਦੇ ਹੋ ਤਾਂ ਤੁਸੀਂ dA ਬਾਈ dt ਨੂੰ ਡੈਲ A ਬਾਈ ਡੈਲ X ਗੁਣਾ ਡੈਲ X ਬਾਈ ਡੈਲ T ਪਲਸ ਡੈਲ A ਬਾਈ ਡੈਲ T ਗੁਣਾ ਡੈਲ P ਬਾਈ ਡੈਲ T ਦੇ ਰੂਪ ਵਿੱਚ ਲਿਖੋਗੇ। ਇੱਥੇ ਕੋਈ ਟਾਈਮ ਡਿਪੈਂਡੈਂਸ ਨਹੀਂ ਹੈ। ਸਪਸ਼ਟ ਟਾਈਮ ਡਿਪੈਂਡੈਂਸ ਇੱਥੇ ਕਲਾਸੀਕਲ ਮਕੈਨਿਕਸ ਵਿੱਚ ਸਾਰੇ ਨਿਰੀਖਣਯੋਗ ਜਾਂ ਸਾਰੇ ਗਤੀਸ਼ੀਲ ਵੇਰੀਏਬਲ ਫੇਸ ਸਪੇਸ ਕੋਆਰਡੀਨੇਟਸ ਤੇ ਡਿਪੈਂਡੈਂਟ ਹਨ। ਫੇਸ ਸਪੇਸ X ਅਤੇ P ਹੈ। ਤੁਹਾਡੇ ਕੋਲ ਇਹ ਟਾਈਮ ਵੀ ਹੋ ਸਕਦਾ ਹੈ, ਪਰ ਜੇਕਰ ਤੁਹਾਡੇ ਕੋਲ ਉਹ ਟਾਈਮ ਸੀ ਤਾਂ ਟਾਈਮ ਦੇ ਸਬੰਧ ਵਿੱਚ ਤੁਹਾਡੇ ਕੋਲ ਇਹ ਆਪਰੇਟਰ ਦਾ ਪਾਰਸ਼ਲ ਡੈਰੀਵੇਟਿਵ ਹੋਵੇਗਾ। ਉਹ ਮੈਂ ਨਹੀਂ ਰੱਖਿਆ ਕਿਉਂਕਿ ਮੈਂ ਸਿਰਫ X ਅਤੇ P ਤੇ ਡਿਪੈਂਡੈਂਟ ਹੋਣ ਲਈ ਇਹ ਲੈ ਰਿਹਾ ਹਾਂ। ਜਦੋਂ ਮੈਂ ਕਹਿੰਦਾ ਹਾਂ ਕਿ ਇਸ ਕੋਲ ਸਪਸ਼ਟ ਟਾਈਮ ਡਿਪੈਂਡੈਂਸ ਨਹੀਂ ਹੈ, ਮੇਰਾ ਇਹੀ ਮਤਲਬ ਹੈ। ਇਸ ਵਿੱਚ ਇਸ ਫੇਸ ਸਪੇਸ ਦੇ ਟਾਈਮ ਵਿਕਾਸ ਤੋਂ ਆਉਣ ਵਾਲੀ ਇੱਕ ਅਟਲ ਟਾਈਮ ਡਿਪੈਂਡੈਂਸ ਹੈ। ਇੱਥੇ ਕੋਈ ਸਪਸ਼ਟ ਟਾਈਮ ਡਿਪੈਂਡੈਂਸ ਨਹੀਂ ਹੈ। ਅਤੇ ਚੀਜ਼ਾਂ ਨੂੰ ਮੁੜ ਲਿਖਣ ਲਈ ਇਸ ਹੈਮਿਲਟਨ ਇਕੁਏਸ਼ਨ ਦੀ ਵਰਤੋਂ ਕਰੋ ਅਤੇ ਫਿਰ ਤੁਸੀਂ ਦੇਖਦੇ ਹੋ ਕਿ ਇਹ ਪਾਇਸਨ ਬ੍ਰੈਕਟ ਤੋਂ ਇਲਾਵਾ ਕੁਝ ਨਹੀਂ ਹੈ। ਇਹ ਸਿਰਫ ਯਾਦ ਕਰਨ ਲਈ ਹੈ। ਅਤੇ ਅਸੀਂ ਇੱਥੇ ਮੈਟ੍ਰਿਕਸ ਐਲੀਮੈਂਟ ਲਈ ਸਮਾਨ ਚੀਜ਼ਾਂ ਹੁੰਦੇ ਵੇਖਦੇ ਹਾਂ ਜਿਸ ਨੂੰ ਅਰਨਫੈਸਟ ਥਿਓਰਮ ਐਕਸਪੈਕਟੇਸ਼ਨ ਕਿਹਾ ਜਾਂਦਾ ਹੈ। ਇਸ ਲਈ ਨੋਟਿਸ ਕਰੋ ਕਿ ਪੋਇਸਨ ਬ੍ਰੈਕਟ ਕੁਆਂਟਮ ਮਕੈਨਿਕਸ ਵਿੱਚ ਕਮਿਊਟੇਟਰ ਬ੍ਰੈਕਟ ਬਣ ਜਾਂਦਾ ਹੈ ਅਤੇ ਇਕੁਏਸ਼ਨ ਕੁਆਂਟਮ ਮਕੈਨਿਕਸ ਮੈਟ੍ਰਿਕਸ ਐਲੀਮੈਂਟਸ ਉੱਤੇ ਹੈ। ਇਸ ਲਈ ਇਹ ਤੁਹਾਡੀ ਅਰਨਫੈਸਟ ਥਿਓਰਮ ਤੋਂ ਇਲਾਵਾ ਕੁਝ ਨਹੀਂ ਹੈ। ਹਾਲੇ ਵੀ ਅਸੀਂ ਸ਼੍ਰੋਡਿੰਗਰ ਤਸਵੀਰ ਵਿੱਚ ਹਾਂ, ਅਸੀਂ ਹਾਈਜ਼ਨਬਰਗ ਤਸਵੀਰ ਵਿੱਚ ਨਹੀਂ ਗਏ ਹਾਂ। ਇਹ ਇਕੁਏਸ਼ਨ ਜਿਸ ਨੂੰ ਜੇਕਰ ਤੁਸੀਂ ਕਲਾਸੀਕਲ ਮਕੈਨਿਕਸ ਦੇਖਦੇ ਹੋ ਤਾਂ ਉਹ ਇਸ ਨੂੰ ਮੋਸ਼ਨ ਦੀਆਂ ਹਾਈਜ਼ਨਬਰਗ ਦੀਆਂ ਇਕੁਏਸ਼ਨ ਕਹਿੰਦੇ ਹਨ। ਇਹ ਇਕੁਏਸ਼ਨ ਹਾਈਜ਼ਨਬਰਗਸ ਇਕੁਏਸ਼ਨ ਕਿਹਾ ਜਾਵੇਗਾ ਅਤੇ ਇਹ ਸਕ੍ਰੋਡਿੰਗਰ ਤਸਵੀਰ ਵਿੱਚ ਪ੍ਰਮਾਣਿਤ ਹੋਵੇਗਾ ਜੋ ਕਲਾਸੀਕਲ ਮਕੈਨਿਕਸ ਇਕੁਏਸ਼ਨ ਮੈਟ੍ਰਿਕਸ ਉੱਤੇ ਸਕ੍ਰੋਡਿੰਗਰ ਤਸਵੀਰ ਵਿੱਚ ਬਣ ਜਾਂਦਾ ਹੈ। ਇਸ ਲਈ ਹੁਣ ਹਾਈਜ਼ਨਬਰਗ ਤਸਵੀਰ ਵਿੱਚ ਉਹੀ ਇਕੁਏਸ਼ਨਸ ਕਰਾਂਗਾ। ਹਾਈਜ਼ਨਬਰਗ ਤਸਵੀਰ ਵਿੱਚ ਅਤੇ ਅਸੀਂ ਇਸ ਮੈਟ੍ਰਿਕਸ ਐਲੀਮੈਂਟ ਤੇ d ਬਾਈ dt ਲੈਂਦੇ ਹਾਂ। ਦਿਲਚਸਪ ਗੱਲ ਇਹ ਹੈ ਕਿ ਪੜਾਅ ਟਾਈਮ ਵਿੱਚ ਵਿਕਸਿਤ ਨਹੀਂ ਹੁੰਦਾ ਹੈ। ਇਸ ਲਈ ਜੋ ਟਾਈਮ ਵਿੱਚ ਵਿਕਸਿਤ ਹੁੰਦਾ ਹੈ ਉਹ ਆਪਰੇਟਰ ਹੈ। ਇਸ ਲਈ ਇਹ ਮੈਟ੍ਰਿਕਸ ਐਲੀਮੈਂਟ ਸਪਸ਼ਟ ਤੌਰ ਤੇ dAh ਬਾਈ dt ਹੈ। ਅਸੀਂ ਇਹ ਕਿਵੇਂ ਕਰਦੇ ਹਾਂ? ਤੁਸੀਂ ਸਪਸ਼ਟ ਰੂਪ AH ਜਾਣਦੇ ਹੋ। AH
ਯੂ ਡੈਗਰ AS ਯੂ ਤੋਂ ਇਲਾਵਾ ਕੁਝ ਵੀ ਨਹੀਂ ਹੈ। ਤੁਸੀਂ ਪਹਿਲਾਂ ਕਰ ਸਕਦੇ ਹੋ। ਇੱਥੇ ਇੱਕ ਸਪਸ਼ਟ ਟਾਈਮ ਡਿਪੈਂਡੈਂਸ ਹੈ ਜੋ ਤੁਹਾਡੇ ਕੋਲ del AS by del T ਹੋਵੇਗੀ। ਨਹੀਂ ਤਾਂ ਤੁਹਾਨੂੰ du by dt ਕਰਨਾ ਪਏਗਾ। ਇਸ ਲਈ ਜੇਕਰ ਤੁਸੀਂ ਅਜਿਹਾ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਕੀ ਹੋਵੇਗਾ? ਉੱਥੇ ਇਹ HS ਉੱਥੋਂ ਆ ਰਿਹਾ ਹੋਵੇਗਾ। ਕੀ ਅਸੀਂ ਅਜਿਹਾ ਕਰਾਂਗੇ? ਆਓ ਇਸ ਨੂੰ ਇਕੱਠੇ ਕਰੀਏ ਅਤੇ ਫਿਰ ਸ਼ਾਇਦ ਅਸੀਂ ਇਸ ਰੋਸ਼ਨੀ ਨੂੰ ਫਲੈਸ਼ ਕਰ ਸਕਦੇ ਹਾਂ। ਇਸ ਲਈ T ਦਾ AH U ਡੈਗਰ ਹੈ T, T not AST ਦਾ U, T not AH ਦਾ d by dt U ਡੈਗਰ by dt AS U प्लस U ਡੈਗਰ ਹੈ। ਮੈਂ ਇਹ ਸਭ ਕੁਝ ਬਸ ਦਬਾ ਰਿਹਾ ਹਾਂ। T, T not ਠੀਕ ਹੈ। U ਡੈਗਰ AS du by dt du by dt ਕੀ ਹੈ? माइनस I by H क्रॉस हैमिल्टोनियन टाइमस U du डैगर by dt प्लस I by H क्रॉस U ਡੈਗਰ ਹੋਵੇਗਾ। ਇੱਥੇ ਇਸ ਖਾਸ ਕੇਸ ਵਿੱਚ U ਹੈਮਿਲਟੋਨੀਅਨ ਦਾ ਫੰਕਸ਼ਨ ਹੈ। ਚਾਹੇ ਮੈਂ ਇਸ ਪਾਸੇ ਨੂੰ ਰੱਖਦਾ ਹਾਂ ਜਾਂ ਉਸ ਪਾਸੇ ਨੂੰ, ਅਸਲ ਵਿੱਚ ਕੋਈ ਫਰਕ ਨਹੀਂ ਪੈਣਾ ਚਾਹੀਦਾ। ਇਹ ਬਹੁਤ ਮਹੱਤਵਪੂਰਨ ਹੈ। ਹਾਂ, ਕੁਆਂਟਮ ਮਕੈਨਿਕਸ ਬਹੁਤ ਮਹੱਤਵਪੂਰਨ ਹੈ ਜੋ ਤੁਹਾਨੂੰ ਰੱਖਣਾ ਪਵੇਗਾ, ਪਰ ਜਿੱਥੇ ਮੈਂ ਇਹ ਰੱਖਦਾ ਹਾਂ ਇਹ ਬਹੁਤ ਮਹੱਤਵਪੂਰਨ ਹੈ। ਮੈਂ ਇਸ H ਨੂੰ ਨਹੀਂ ਰੱਖ ਸਕਦਾ। ਮੈਨੂੰ ਇੱਥੇ ਵਾਪਸ ਸਬਸਟੀਟਿਊਟ ਕਰਨਾ ਪਵੇਗਾ। ਮੈਨੂੰ ਇਸ ਨੂੰ ਰੱਖਣਾ ਪਏਗਾ। ਕਿਉਂਕਿ ਤੁਸੀਂ AS ਨੂੰ ਪਾਰ ਨਹੀਂ ਕਰ ਸਕਦੇ, ਇਸ ਲਈ ਤੁਸੀਂ AS ਨੂੰ ਕਰੋਸ ਨਹੀਂ ਕਰ ਸਕਦੇ। ਕੀ ਅਸੀਂ ਇਸ ਨੂੰ ਇੱਥੇ ਬਦਲ ਕੇ ਸਰਲ ਬਣਾ ਸਕਦੇ ਹਾਂ? ਕੀ ਇਹ ਸਹੀ ਹੈ? ਇੱਥੇ ਕੁਝ ਕੰਮ ਕਰੋ। ਮੈਨੂੰ ਦੱਸੋ ਕਿ ਤੁਸੀਂ ਕੀ ਕਰ ਸਕਦੇ ਹੋ। I by H ਕਰੋਸ। ਤੁਸੀਂ ਇਸ ਨੂੰ ਇਸ ਤਰ੍ਹਾਂ ਲਿਖ ਸਕਦੇ ਹੋ। ਇਹ ਕੀ ਹੈ? AH। ਇਸੇ ਤਰ੍ਹਾਂ ਮੈਂ ਇਸ H ਅਤੇ U ਨੂੰ ਸਵੈਪ ਕਰ ਸਕਦਾ ਹਾਂ ਅਤੇ ਇਸ ਨੂੰ AH ਵਜੋਂ ਲਿਖ ਸਕਦਾ ਹਾਂ ਮਾਈਨਸ ਚਿੰਨ੍ਹ ਨਾਲ H। ਅਤੇ ਇੱਥੇ ਤੁਹਾਡੇ ਕੋਲ ਹੋਵੇਗਾ ਕੀ ਹੁੰਦਾ ਹੈ? ਦੋਵੇਂ ਬਰਾਬਰ ਹਨ। ਹਾਈਜ਼ਨਬਰਗ ਤਸਵੀਰ ਵਿੱਚ ਸੁੰਦਰਤਾ ਇਸ ਲਈ ਹੈ ਕਿਉਂਕਿ ਆਪਰੇਟਰ ਟਾਈਮ ਦੇ ਫੰਕਸ਼ਨ ਹਨ। ਮੈਨੂੰ ਇੱਥੇ ਮੈਟ੍ਰਿਕਸ ਤੱਤਾਂ ਬਾਰੇ ਬਹੁਤ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਇਸ ਤੇ ਧਿਆਨ ਕੇਂਦਰਿਤ ਕਰ ਸਕਦਾ ਹਾਂ ਕਿਉਂਕਿ ਸਟੇਟ ਟਾਈਮ ਦੇ ਨਾਲ ਵਿਕਸਤ ਨਹੀਂ ਹੁੰਦੇ ਹਨ। ਇਹ ਇਕੁਏਸ਼ਨ ਬਿਲਕੁਲ ਉਸੇ ਤਰ੍ਹਾਂ ਹੋਵੇਗਾ ਜੋ ਤੁਸੀਂ ਹਾਈਜ਼ਨਬਰਗ ਤਸਵੀਰ ਵਿੱਚ ਆਪਣੇ ਕਲਾਸੀਕਲ ਮਕੈਨਿਕਸ ਵਿੱਚ ਪਾਇਸਨ ਬ੍ਰੈਕਟ ਨਾਲ ਦੇਖਦੇ ਹੋ, ਪਰ ਤੁਹਾਨੂੰ ਇਹ ਕਹਿਣਾ ਹੋਵੇਗਾ ਕਿ ਤੁਸੀਂ ਹਾਈਜ਼ਨਬਰਗ ਤਸਵੀਰ ਵਿੱਚ ਹੋ ਤਾਂ ਜੋ ਹਰ ਕੋਈ ਜਾਣ ਸਕੇ ਕਿ ਸਟੇਟ ਵੈਕਟਰ ਟਾਈਮ ਦੇ ਨਾਲ ਵਿਕਸਤ ਹੁੰਦੇ ਹਨ। ਮੈਟ੍ਰਿਕਸ ਐਲੀਮੈਂਟ ਨੂੰ ਰੱਖਦੇ ਹੋਏ ਤੁਸੀਂ ਇਸ ਨੂੰ ਰੱਖ ਸਕਦੇ ਹੋ, ਪਰ ਉਹ ਫਰੋਜ਼ਨ ਸਟੇਟਸ ਹਨ।
ਉਹ ਟਾਈਮ ਦੇ ਨਾਲ ਵਿਕਸਤ ਨਹੀਂ ਹੁੰਦੇ ਹਨ। ਅਰਨਫੈਸਟ ਥਿਓਰਮ ਦੀ ਅਜੇ ਵੀ ਉਲੰਘਣਾ ਨਹੀਂ ਕੀਤੀ ਗਈ ਹੈ, ਪਰ ਅਸੀਂ ਇੱਕ ਵੱਖਰੇ ਦ੍ਰਿਸ਼ਟੀਕੋਣ ਵਿੱਚ ਮੁੜ ਲਿਖਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਹਾਈਜ਼ਨਬਰਗ ਤਸਵੀਰ ਹੈ, ਜਿੱਥੇ ਸੜਕ ਟਾਈਮ ਦੇ ਫੰਕਸ਼ਨਾਂ ਦੇ ਤੌਰ ਤੇ ਕੰਮ ਕਰਦੀ ਹੈ ਅਤੇ ਇਕੁਏਸ਼ਨਸ ਬਿਲਕੁਲ ਉਸੇ ਤਰ੍ਹਾਂ ਦੀਆਂ ਹਨ ਜੋ ਤੁਸੀਂ ਕਲਾਸੀਕਲ ਮਕੈਨਿਕਸ ਵਿੱਚ ਇੱਕ ਆਪਰੇਟਰ ਇਕੁਏਸ਼ਨ ਦੇ ਰੂਪ ਵਿੱਚ ਦੇਖਦੇ ਹੋ। ਕਮਿਊਟੇਟਰ ਬ੍ਰੈਕਟ ਦੁਆਰਾ ਬਦਲੀ ਗਈ ਪਾਇਸਨ ਬ੍ਰੈਕਟ ਓਵਰ IH ਕਰੋ ਇਸ ਨਾਲ। ਠੀਕ ਹੈ, ਇਸ ਲਈ ਡੈਰੀਵੇਟਿਵਜ਼ ਕਰੋ ਇਹੀ ਹੈ ਜੋ ਮੈਂ ਹੁਣ ਤੁਹਾਡੇ ਲਈ ਕੀਤਾ ਹੈ। ਤੁਸੀਂ ਵਾਪਸ ਜਾ ਸਕਦੇ ਹੋ ਅਤੇ ਇਸ ਨਾਲ ਬੈਠ ਸਕਦੇ ਹੋ ਅਤੇ ਇਹ ਕਰੋ, ਅਤੇ ਤੁਸੀਂ ਇਹ ਦਿਖਾ ਸਕਦੇ ਹੋ ਕਿ ਜੇਕਰ ਕੋਈ ਸਪਸ਼ਟ ਟਾਈਮ ਡਿਪੈਂਡੈਂਸ ਨਹੀਂ ਹੈ, ਤਾਂ ਤੁਸੀਂ ਇਸ ਪਹਿਲੀ ਮਿਆਦ ਨੂੰ ਭੁੱਲਣ ਦੀ ਕੋਸ਼ਿਸ਼ ਕਰ ਸਕਦੇ ਹੋ। ਜੇਕਰ ਇੱਕ ਸਪਸ਼ਟ ਟਾਈਮ ਡਿਪੈਂਡੈਂਸ ਹੈ, ਤਾਂ ਇਹ ਇੱਕ ਆਪਰੇਟਰ ਹੈ। ਇਹ ਟਰਮ ਹਾਈਜ਼ਨਬਰਗ ਤਸਵੀਰ ਵਿੱਚ ਆਪਰੇਟਰ ਹੈ। ਆਪਰੇਟਰ ਕੀ ਹੈ? ਡੈਲ ES ਬਾਈ ਡੈਲ T। ਆਪਰੇਟਰ U ਡੈਗਰ U ਦੇ ਨਾਲ ਉਹ ਹੈ ਜੋ ਮੈਂ ਇਸ ਨੂੰ ਹਾਈਜ਼ਨਬਰਗ ਪਿਕਚਰ ਆਪਰੇਟਰ ਵਜੋਂ ਕਹਿੰਦਾ ਹਾਂ। ਇਸ ਲਈ ਮੈਂ ਇਸ ਟਰਮ ਨੂੰ ਸਰਲਤਾ ਲਈ ਇਹ ਕਹਿੰਦੇ ਹੋਏ ਨਜ਼ਰਅੰਦਾਜ਼ ਕਰ ਦਿੱਤਾ ਹੈ ਕਿ ਅਸੀਂ ਨਿਰੀਖਣਯੋਗਾਂ ਨੂੰ ਦੇਖਦੇ ਹਾਂ ਜਿਨ੍ਹਾਂ ਕੋਲ ਕੋਈ ਸਪਸ਼ਟ ਟਾਈਮ ਡਿਪੈਂਡੈਂਸ ਨਹੀਂ ਹੈ। ਭਾਵੇਂ ਤੁਹਾਡੇ ਕੋਲ ਇੱਕ ਸਪਸ਼ਟ ਟਾਈਮ ਡਿਪੈਂਡੈਂਸ ਹੈ, ਤੁਸੀਂ ਇੱਕ ਆਪਰੇਟਰ ਦੇ ਟਾਈਮ ਡੈਰੀਵੇਟਿਵ ਲਈ ਇੱਕ ਆਪਰੇਟਰ ਇਕੁਏਸ਼ਨ ਨੂੰ ਕਮਿਊਟੇਟਰ ਬ੍ਰੈਕਟ ਵਜੋਂ ਲਿਖ ਸਕਦੇ ਹੋ, ਅਤੇ ਤੁਹਾਡੇ ਕੋਲ ਹਾਈਜ਼ਨਬਰਗ ਪਿਕਚਰ ਆਪਰੇਟਰ ਹੋ ਸਕਦਾ ਹੈ, ਜਿੱਥੇ ਡੈਲ ES ਬਾਈ ਡੈਲ T ਇੱਕ ਸਕ੍ਰੋਡਿੰਗਰ ਪਿਕਚਰ ਆਪਰੇਟਰ ਹੈ। ਹਾਈਜ਼ਨਬਰਗ ਪਿਕਚਰ ਆਪਰੇਟਰ ਦਾ ਮਤਲਬ ਹੈ, ਤੁਸੀਂ ਸਾਹਮਣੇ ਇਹ U ਡੈਗਰ ਅਤੇ ਉੱਤੇ U ਪਾਓਗੇ। ਕੋਈ ਵੀ ਆਪਰੇਟਰ ਜੋ ਮੈਂ ਤੁਹਾਨੂੰ ਦਿੰਦਾ ਹਾਂ, ਮੰਨ ਲਓ ਕਿ ਮੈਂ ES ਨੂੰ ਸਬਸਕ੍ਰਿਪਟ H ਨਾਲ ਲਿਖਦਾ ਹਾਂ। ਇਸ ਨੂੰ ਇਸ ਤਰ੍ਹਾਂ ਪੜ੍ਹਿਆ ਜਾਣਾ ਚਾਹੀਦਾ ਹੈ। ਇਹੀ ਮਤਲਬ ਹੈ। ਸਬਸਕ੍ਰਿਪਟ H ਦਾ ਮਤਲਬ ਹੈ ਕਿ ਮੈਨੂੰ ਹਾਈਜ਼ਨਬਰਗ ਆਪਰੇਟਰ ਲਿਖਣਾ ਪਵੇਗਾ, ਅਤੇ ਮੈਂ ਇਸ ਨੂੰ ਇਸ ਤਰ੍ਹਾਂ ਲਿਖ ਸਕਦਾ ਹਾਂ। ਜਿੱਥੇ ਵੀ ਤੁਸੀਂ ਇਸ ਨੂੰ ਪ੍ਰਾਪਤ ਕਰਦੇ ਹੋ, ਤੁਹਾਨੂੰ ਇਸ ਨੂੰ ਬਦਲਣਾ ਚਾਹੀਦਾ ਹੈ। ਇਸ ਲਈ ਇਹ ਦੋ ਤਸਵੀਰਾਂ ਦੀ ਥੀਮ ਹੈ ਅਤੇ ਸਾਨੂੰ ਇਸ ਤੇ ਕੁਝ ਸਮੱਸਿਆਵਾਂ ਹੋਣਗੀਆਂ। ਇਹਨਾਂ ਦੋ ਤਸਵੀਰਾਂ ਤੇ ਇੱਕ ਨੂੰ ਦੂਜੇ ਨਾਲ ਕਿਵੇਂ ਸੰਬੰਧਿਤ ਕੀਤਾ ਜਾਵੇ। ਗੱਲ ਇਹ ਹੈ ਕਿ ਜੇਕਰ ਤੁਸੀਂ ਸਟੇਸ਼ਨਰੀ ਸਟੇਟਸ ਹੈਮਿਲਟੋਨੀਅਨ ਨੂੰ ਦੇਖਣਾ ਚਾਹੁੰਦੇ ਹੋ, ਤਾਂ ਚਲੋ ਸਟੇਸ਼ਨਰੀ ਸਟੇਟਸ ਕਹੀਏ, ਜੋ ਕਿ EI ਜਾਂ UI ਹਨ। ਤੁਸੀਂ ਹਮੇਸ਼ਾ ਦਿਖਾ ਸਕਦੇ ਹੋ ਕਿ ਕੋਈ ਵੀ ਲੀਨੀਅਰ ਆਪਰੇਟਰ ਮੈਟ੍ਰਿਕਸ ਐਲੀਮੈਂਟ ਇਹ ਕੀ ਹੋਵੇਗਾ? ਇਹ UI ਹੈਮਿਲਟੋਨੀਅਨ ਇਹ ਆਪਰੇਟਰ UI ਮਾਈਨਸ UI ਇਹ ਆਪਰੇਟਰ ਹੈਮਿਲਟੋਨੀਅਨ UI ਉੱਤੇ ਹੈ। ਇਹ EI ਮਾਈਨਸ EI ਹੋਵੇਗਾ, ਠੀਕ ਹੈ। ਮੈਂ ਉਹ ਹੈਮਿਲਟੋਨੀਅਨ ਸ਼ੁਰੂ ਕਰਦਾ ਹਾਂ। ਇਹ 0 ਹੋਣ ਜਾ ਰਿਹਾ ਹੈ। ਹੈਮਿਲਟੋਨੀਅਨ ਦਾ ਕਮਿਊਟੇਟਰ ਬ੍ਰੈਕਟ ਹੈਮਿਲਟੋਨੀਅਨ ਦੀਆਂ ਸਟੇਸ਼ਨਰੀ ਸਟੇਟਸ ਤੇ ਇਹਦੇ ਨਾਲ ਉਹ ਹਮੇਸ਼ਾ 0 ਹੁੰਦੇ ਹਨ। ਕਈ ਵਾਰ ਇਹ ਚੀਜ਼ਾਂ ਸਾਨੂੰ ਕੋਸ਼ਿਸ਼ ਕਰਨ ਅਤੇ ਆਪਰੇਟਰ ਦੇ ਟਾਈਮ ਡੈਰੀਵੇਟਿਵ ਨੂੰ ਵਧੀਆ ਢੰਗ ਨਾਲ ਦੇਖਣ ਵਿੱਚ ਮਦਦ ਕਰਨਗੀਆਂ। ਇਹਨਾਂ ਵਿੱਚੋਂ ਕੁਝ ਚੀਜ਼ਾਂ। ਹੋਰ ਗੱਲ ਜੋ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਹੈ, ਜੇਕਰ ਤੁਸੀਂ ਕਿਸੇ ਹੋਰ ਆਪਰੇਟਰ ਨੂੰ A ਨਾਲ H ਦੇ ਕਮਿਊਟੇਟਰ ਦੇ ਰੂਪ ਵਿੱਚ ਲਿਖ ਸਕੋ। ਇਸ ਲਈ ਉਸ ਅਸਾਈਨਮੈਂਟ ਵਿੱਚ ਇਹ ਸਵਾਲ ਸੀ, ਤੁਹਾਡਾ ਉਹ ਮੋਮੈਂਟਮ ਆਪਰੇਟਰ ਦਿਖਾਓ ਜੋ ਹੈਮਿਲਟੋਨੀਅਨ ਨੇ ਕਿਸੇ ਨੂੰ ਦਿੱਤਾ ਸੀ। X ਦਾ ਵੀ ਮੋਮੈਂਟਮ ਆਪਰੇਟਰ ਨੂੰ ਕੁਝ ਕਾਰਕਾਂ ਤੱਕ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਮੈਨੂੰ ਇਸ ਬਾਰੇ ਚਿੰਤਾ ਨਾ ਕਰਨ ਦਿਓ, ਇਹ ਅਨੁਪਾਤਕ ਹੈ।
ਇੱਕ ਵਾਰ ਜਦੋਂ ਮੈਂ ਹੈਮਿਲਟੋਨੀਅਨ ਦੇ ਕਮਿਊਟੇਟਰ ਦੇ ਰੂਪ ਵਿੱਚ ਕਿਸੇ ਚੀਜ਼ ਨਾਲ ਕੁਝ ਹੋਰ ਨਿਰੀਖਣਯੋਗ ਲਿਖਦਾ ਹਾਂ, ਜੋ ਮੈਨੂੰ ਇਹ ਕਹਿਣ ਵਿੱਚ ਮਦਦ ਕਰਦਾ ਹੈ। ਇਹ ਕੀ ਹੈ? ਇਸ ਦਲੀਲ ਦੁਆਰਾ ਸਿਫਰ। ਉਦਾਹਰਨ ਲਈ ਆਪਣੇ ਹਾਰਮੋਨਿਕ ਓਸੀਲੇਟਰ ਨੂੰ ਲਓ। ਹਾਰਮੋਨਿਕ ਓਸੀਲੇਟਰ, ਜੇਕਰ ਮੈਂ ਤੁਹਾਨੂੰ ਐਵਰੇਜ ਮੋਮੈਂਟਮ ਪਤਾ ਕਰਨ ਲਈ ਕਹਾਂ, ਤਾਂ ਤੁਸੀਂ ਕੀ ਕਰੋਗੇ? ਮੋਮੈਂਟਮ ਦੀ ਐਕਸਪੈਕਟੇਸ਼ਨ ਵੈਲਿਊ, ਤੁਸੀਂ ਕੀ ਕਰੋਗੇ? ਵੇਵ ਫੰਕਸ਼ਨ ਫਾਰਮਾਲਿਜ਼ਮ ਵਿੱਚ ਤੁਸੀਂ ਕੀ ਕਰੋਗੇ? ਮੰਨ ਲਓ ਕਿ ਪਾਰਟਿਕਲ ਗਰਾਊਂਡ ਸਟੇਟ ਵਿੱਚ ਹੈ। ਤੁਸੀਂ ਕੀ ਕੀਤਾ ਹੋਵੇਗਾ? x p ਆਪਰੇਟਰ ਦਾ dx ਸਾਈ ਸਿਫਰ x ਦਾ ਸਾਈ ਸਿਫਰ। ਤੁਸੀਂ ਕੀ ਕੀਤਾ ਹੋਵੇਗਾ? ਸਮਾਨਤਾ ਨਾਲ ਇਸ ਨੂੰ z ਸਿਫਰ u ਸਿਫਰ p ਆਪਰੇਟਰ u ਸਿਫਰ ਦੇ ਰੂਪ ਵਿੱਚ ਮੁੜ ਲਿਖਿਆ ਜਾ ਸਕਦਾ ਹੈ। ਇਹ ਸਪਸ਼ਟ ਤੌਰ ਤੇ ਜੇਕਰ ਤੁਸੀਂ ਇਸ ਹਰਮਾਈਟ ਫੰਕਸ਼ਨਾਂ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਦਿਖਾ ਸਕਦੇ ਹੋ ਕਿ ਇਹ ਐਕਸਪੈਕਟੇਸ਼ਨ ਵੈਲਿਊ ਸਿਫਰ ਰਾਈਟ ਹੈ। ਪਰ ਹੁਣ ਇਸ ਨੂੰ ਇਸ ਤਰੀਕੇ ਨਾਲ ਕਰਨ ਦੀ ਬਜਾਏ, ਮੈਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਯੂ ਨੌਟ ਵਰਗਾ ਹੈ। ਹੈਮਿਲਟੋਨੀਅਨ ਹਾਰਮੋਨਿਕ ਓਸੀਲੇਟਰ ਲਈ ਕੁਝ ਕਾਰਕਾਂ ਤੇ ਨਿਰਭਰ ਹੈ। ਮੈਂ ਉਨ੍ਹਾਂ ਕਾਰਕਾਂ ਬਾਰੇ ਚਿੰਤਤ ਨਹੀਂ ਹਾਂ। p ਸਕੁਏਰਡ ਓਵਰ 2m ਪਲਸ ਅੱਧਾ k x ਸਕੁਏਰਡ। m ਨੂੰ 1 ਅਤੇ k ਨੂੰ 1 ਮੰਨ ਲਓ। ਫਿਰ ਤੁਸੀਂ ਹਮੇਸ਼ਾ x ਨਾਲ ਹੈਮਿਲਟੋਨੀਅਨ ਲਿਖ ਸਕਦੇ ਹੋ। ਆਓ x s ਨਾਲ ਹੈਮਿਲਟੋਨੀਅਨ ਕਰਦੇ ਹਾਂ। ਇਹਨਾਂ ਦੋਨਾਂ ਟਰਮਜ਼ ਵਿੱਚੋਂ ਕਿਹੜਾ ਇੱਕ ਯੋਗਦਾਨ ਪਾਏਗਾ? ਇਕੱਲਾ p ਸਕੁਆਇਰਡ ਓਵਰ 2m ਯੋਗਦਾਨ ਦੇਵੇਗਾ। ਅਤੇ ਇਹ p ਕੀ ਹੋਵੇਗਾ? 1/2m ਗੁਣਾ 2 ਗੁਣਾ p ਆਪਰੇਟਰ। ਜ਼ਰੂਰੀ ਤੌਰ ਤੇ ਮੈਂ ਦਿਖਾ ਚੁੱਕਾ ਹਾਂ ਕਿ 2IH ਕਰੋਸ। ਹਾਂ, ਧੰਨਵਾਦ। ਜ਼ਰੂਰੀ ਤੌਰ ਤੇ ਜੋ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਉਹ ਹੈ ਕਿ ਇਸ ਲੰਬੀ ਗਣਨਾ ਕਰਨ ਦੀ ਬਜਾਏ, ਮੈਂ ਸ਼ੋਸ਼ਣ ਕਰ ਸਕਦਾ ਹਾਂ ਕਿ ਇਸ ਨਿਰੀਖਣਯੋਗ ਨੂੰ ਹੈਮਿਲਟੋਨੀਅਨ ਦੇ ਕਮਿਊਟੇਟਰ ਬਰੈਕਟ ਦੇ ਰੂਪ ਵਿੱਚ ਕਿਸੇ ਹੋਰ ਚੀਜ਼ ਨਾਲ ਲਿਖਿਆ ਜਾ ਸਕਦਾ ਹੈ ਜੋ ਕਿ ਕੋਈ ਵੀ ਲੀਨੀਅਰ ਆਪਰੇਟਰ ਹੋ ਸਕਦਾ ਹੈ। ਇਹ ਅਸੀਂ ਇਸ ਨੂੰ ਸਿਫਰ ਹੋਣਾ ਦਿਖਾਇਆ ਹੈ। ਜੇਕਰ ਮੈਂ ਆਪਣੀ ਮੋਮੈਂਟਮ ਨੂੰ ਕਮਿਊਟੇਟਰ ਵਜੋਂ ਲਿਖ ਸਕਾਂ, ਤਾਂ ਇਹ ਸਿਫਰ ਹੈ। ਬਜਾਏ ਕਿ ਇਸ ਨਾਲ ਕੰਮ ਕਰਨ ਦੇ ਉਹੀ ਦਲੀਲ ਤੁਸੀਂ ਨਾਲ ਕੰਮ ਕਰ ਸਕਦੇ ਸੀ। ਜੇਕਰ ਮੈਂ ਇਹ ਪਤਾ ਕਰਨਾ ਚਾਹੁੰਦਾ ਹਾਂ ਕਿ x ਆਪਰੇਟਰ ਦੀ ਐਕਸਪੈਕਟੇਸ਼ਨ ਵੈਲਿਊ ਕੀ ਹੈ, ਤਾਂ ਤੁਸੀਂ ਇਸ ਨੂੰ ਕਿਸੇ ਦੇ ਅਨੁਪਾਤਕ ਹੋਣ ਲਈ ਦਿਖਾ ਸਕਦੇ ਹੋ। ਇਹ ਵੀ ਸਿਫਰ ਹੈ। ਮੈਂ ਸਿਰਫ ਡਾਇਰੈਕਟ ਨੋਟੇਸ਼ਨ ਨੂੰ ਵਰਤਣ ਦੀ ਪਾਵਰ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਕਮਿਊਟੇਟਰ ਬਰੈਕਟ ਕੀ ਤੁਸੀਂ ਜਾਣਦੇ ਹੋ, ਇਹ ਪੂਰੀ ਤਰ੍ਹਾਂ ਅਦਿੱਖ ਹੈ। ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਹਨ। ਹੁਣ ਮੈਂ ਇੱਥੇ ਰੁਕ ਜਾਂਦਾ ਹਾਂ।